ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਕ ਫਿਰ ਤੋਂ ਵੱਡਾ ਦਾਅਵਾ ਠੋਕ ਦਿੱਤਾ ਗਿਆ ਹੈ। ਦਾਅਵਾ ਕਿੰਨਾ ਸੱਚਾ ਹੈ, ਦਾਅਵਾ ਕੀ ਹੈ ਤੇ ਇਸ ਦਾਅਵੇ ਦੇ ਅਸਲ ਸੱਚਾਈ ਕੀ ਹੈ, ਉਸ ਦੇ ਉੱਪਰ ਗੱਲਬਾਤ ਕਰਾਂਗੇ। ਤੇ ਉਧਰ ਗੱਲਬਾਤ ਕਰਾਂਗੇ ਸੁਨੀਲ ਜਾਖੜ ਦੀ, ਜਿਨ੍ਹਾਂ ਦੇ ਵੱਲੋਂ ਕਲੀਅਰ ਕਰ ਦਿੱਤਾ ਗਿਆ ਕਿ ਆਖਰ ਪੰਜਾਬ ਦਾ ਆਰਡੀਐਫ ਫੰਡ ਕੇਂਦਰ ਦੇ ਵੱਲੋਂ ਰੋਕਿਆ ਕਿਉਂ ਗਿਆ, ਕਿਹੜੇ ਕਾਰਨ ਦੱਸੇ ਨੇ, ਕਿਹੜੀਆਂ ਸੱਚਾਈਆਂ ਦਸੀਆਂ ਨੇ, ਗੱਲਬਾਤ ਉਹਨਾਂ ਦੇ ਉੱਪਰ ਵੀ। ਤੇ ਉਧਰ ਆਰਬੀਆਈ ਦੇ ਅੰਕੜਿਆਂ ਨੂੰ ਆਧਾਰ ਬਣਾਉਂਦੇ ਹੋਏ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਮਾਨ ਸਰਕਾਰ ਦੇ ਉੱਪਰ ਤਿੱਖਾ ਹਮਲਾ ਕੀਤਾ ਗਿਆ ਹੈ। ਆਖਰ ਆਰਬੀਆਈ ਦੇ ਅੰਕੜੇ ਹੈ ਕੀ ਨੇ, ਕਿਸ ਤਰੀਕੇ ਦੇ ਨਾਲ ਮਾਨ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ, ਇਹਨਾਂ ਅੰਕੜਿਆਂ ਵਿਚਕਾਰ ਗੱਲਬਾਤ ਇਸ ਦੇ ਉੱਪਰ ਵੀ। ਸਤਿ ਸ਼੍ਰੀ ਅਕਾਲ, ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਲੁਕਵਾਂ ਸੱਚ। ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਸੇਖੋਂ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ 'ਚ। शुक्रिया जी सर, वह तो लगातार दावे वादे हर एक पॉलीटिशियन करता, लेकिन अज एक बड़ा अहम दावा ठोकिया प्रताप सिंह बाजवा ने। अज रैली दौरान वो लोगों को संबोधन करते नज़र आए भी तुसी सानू 13 ਦੇ 13 MP सीटां जिता दो, ਅਸੀਂ ਸਰਕਾਰ ਨੂੰ ਭਲਾਂ ਸੁੱਟ ਲਾਂਗੇ। 52 ਤੋਂ 53 ਵਿਧਾਇਕ ਉਹ ਕਹਿੰਦੇ ਨੇ ਸਾਡੇ ਟੱਚ ਦੇ ਵਿੱਚ ਨੇ। ਇਹ ਦਾਅਵੇ ਕਿੰਨੇ ਸੱਚੇ ਨੇ ਕਿ ਸੱਚਮੁੱਚ 52 ਜਾਂ 53 ਵਿਧਾਇਕ ਪ੍ਰਤਾਪ ਸਿੰਘ ਬਾਜਵਾ ਦੇ ਟੱਚ ਦੇ ਵਿੱਚ ਨੇ, ਤੇ ਦੂਸਰੇ ਪਾਸੇ ਕੀ ਗੱਠਜੋੜ ਸੱਚਮੁੱਚ ਖਤਮ ਹੋ ਚੁੱਕਾ ਪੰਜਾਬ ਦੇ ਵਿੱਚ ਹੁਣ? देखो ये पॉलिटिकल रैली सी और ये दावे वादे कस्में वादे हैं, ये सारा कुछ साडी राजनीति का दुखांत हुआ कि जो लीडर जाके इदां दी गल्लां करनियां शुरू कर देण ते लोकी उन्हां नूं सुण रहे होण ते तुहाडे साडे वर्गे डिस्कस करदे रहे होण। मैनूं कहदा भी ये जिहड़ी साडी ओवरऑल समाजिक जिहड़ी जां राजनीति का बहुत वड्डा दुखांत है। किहड़े बेसिस ते उन्होंने 52 बंदे कहते, किहड़े बेसिस ते 13 सीटां जिहड़ियां हैगीआं ਉਹ ਜਿੱਤਣ ਦੀ ਗੱਲ ਕਰਦੇ ਆ, ਤੇ ਕਿਹੜਾ ਉਹਨਾਂ ਨੇ ਰਾਜ ਲੈ ਕੇ ਆਉਣਾ। ਉਹਦਾ ਰਾਜ ਤਾਂ ਜੇ ਹੁਣੇ ਗਿਆ ਜਿਹੜਾ 2 ਸਾਲ ਜਾਂ ਮੈਂ ਕੋਈ ਆਮ ਆਦਮੀ ਪਾਰਟੀ ਦੀ ਵਕਾਲਤ ਨਹੀਂ ਕਰ ਰਿਹਾ, ਪਰ ਮੈਂ ਇਹ ਏਡੇ ਵੱਡੇ ਵੱਡੇ ਲੀਡਰ ਜਿਹੜੇ ਇਸ ਕਿਸਮ ਦੇ ਦਾਅਵੇ ਕਰਕੇ ਜਿਹੜੀਆਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਿਉਂ ਨਹੀਂ ਕਰਦੇ, ਉਹਨਾਂ ਦੇ ਨਾਲ ਲੋਕਾਂ ਨੂੰ ਕਿਉਂ ਨਹੀਂ ਕਹਿੰਦੇ ਵੀ ਭਾਈ ਆਹ ਤੁਹਾਡੇ ਮੁੱਦੇ ਹੈਗੇ ਆ, ਇਹ ਮੁੱਦੇ ਜਿਹੜੇ ਆ ਇਹਨੂੰ ਬਣਾਉਣ ਦੇ ਆ ਜ਼ਿੰਮੇਵਾਰ ਆ, ਜਿਹਦੇ ਵਿੱਚ ਕਾਂਗਰਸ ਵੀ ਬਰਾਬਰ ਦੀ ਹੱਕਦਾਰ ਹੈਗੀ ਆ, ਹੋਰ ਪਾਰਟੀਆਂ ਵੀ ਹੈਗੀਆਂ, ਜਾਂ ਉਸ ਨੂੰ ਰੋਡ ਮੈਪ ਦਿਓ ਵੀ ਭਾਈ ਅਸੀਂ ਸਰਕਾਰਾਂ ਬਣਾਉਣਾ ਹੀ ਤੁਹਾਡਾ ਮਕਸਦ ਰਹਿ ਗਿਆ, ਸਰਕਾਰਾਂ ਤੋੜਨਾ ਹੀ ਮਕਸਦ ਰਹਿ ਗਿਆ। ਇਸ ਕਰਕੇ ਲਖਵਿੰਦਰ ਜੀ ਇਹ ਜਿਹੜੀਆਂ ਇੱਦਾਂ ਦੀਆਂ ਵੱਡੀਆਂ ਵੱਡੀਆਂ ਸਟੇਟਮੈਂਟਾਂ 13 ਸੀਟਾਂ ਤਾਂ ਇਹਨਾਂ ਨੇ ਜਿਹੜੀਆਂ ਹੈਗੀਆਂ ਸੀਗੀਆਂ ਕਦੀ ਵੀ ਪੰਜਾਬ ਦੇ ਵਿੱਚ ਨਹੀਂ ਜਿੱਤੀਆਂ। ਰਾਦਰ 2 ਵਾਰੀ ਇੱਦਾਂ ਹੋਇਆ ਕਿ ਪੂਰੀਆਂ ਦੀਆਂ ਪੂਰੀਆਂ ਸੀਟਾਂ 13 ਦੀਆਂ 13 ਸੀਟਾਂ ਹਾਰਦੇ ਵੀ ਰਹੇ ਪੰਜਾਬ ਦੇ ਵਿੱਚੋਂ। ਇਸ ਕਰਕੇ ਠੀਕ ਆ, ਹੁਣ ਇਲੈਕਸ਼ਨ ਦਾ ਸਮਾਂ ਹੈ, ਅੱਗੇ ਆਮ ਆਦਮੀ ਪਾਰਟੀ ਜਿਹੜੀ ਉਹ ਵੀ ਘਿਰਦੀ ਜਾ ਰਹੀ ਆ, ਉਹਦੇ ਵੀ ਰੋਜ਼ ਨਿੱਤ ਨਵੇਂ ਕੋਈ ਨਾ ਕੋਈ ਉਹਨਾਂ ਦਾ ਕਦੀ ਕੁਛ ਹੋਣ ਡਿਆ ਹੁੰਦਾ। ਲੋਕੀ ਇੱਥੇ ਸਮੱਸਿਆ ਨਾਲ ਘਿਰੇ ਜਾਣਦੇ ਆ, ਤੇਰੇ ਵੱਡੇ ਵੱਡੇ ਲੀਡਰ ਜਿਹੜੇ ਹੈਗੇ ਆ ਉਹ ਵੱਡੀਆਂ ਵੱਡੀਆਂ ਥਾਵਾਂ ਤੇ ਜਾ ਕੇ ਜਿਹੜਾ ਹੈਗਾ ਆਪਣਾ ਰੌਣਕ ਮੇਲਾ ਵੇਖਣ ਡਏ ਆ। ਇਸ ਕਰਕੇ ਨੈਚੁਰਲੀ ਉਹਨਾਂ ਨੇ ਰੈਲੀ ਸ਼ੁਰੂ ਕੀਤੀ ਆ, ਕੋਈ ਨਾ ਕੋਈ ਕਹਿੰਦੇ। ਮੇਰਾ ਖਿਆਲ ਹੈ ਕਿ ਜਦੋਂ ਇਹਨਾਂ ਨੇ ਗੱਲ ਕਹੀ ਆ ਤੇ ਜਿਹੜੇ ਲੋਕਾਂ ਦੇ ਮੁੱਦਿਆਂ ਬਾਰੇ ਕਹਿਣ ਦਾ ਕਿਸੇ ਦੇ ਵੀ ਕੋਲ ਕੋਈ ਜਿਹੜਾ ਉਹ ਨਹੀਂ ਹੈਗਾ, ਕਿਉਂਕਿ ਜੇ ਕੋਈ ਗੱਲ ਕਰਨਗੇ ਤੇ ਲੋਕੀ ਸਵਾਲ ਕਰਦੇ ਆ। ਚੰਗੀ ਗੱਲ ਇਹ ਹੋਈ ਆ ਕਿ ਕਿਸਾਨ ਅੰਦੋਲਨ ਤੋਂ ਬਾਅਦ ਜਾਂ ਹੁਣ ਇਸ ਵੇਲੇ ਜਦੋਂ ਵੱਡਾ ਲੀਡਰ ਕੋਈ ਗੱਲ ਕਰਦਾ ਤੇ ਵੱਡੀ ਸਭਾ ਦੇ ਵਿੱਚ ਉਤੋਂ ਕੋਈ ਵਰਗਾ ਮਾਤੜ ਬੰਦਾ ਮੇਰੇ ਵਰਗਾ ਤੇ ਤੁਹਾਡੇ ਵਰਗਾ ਉੱਠ ਕੇ ਕਹਿ ਦਿੰਦਾ ਵੀ ਤੁਸੀਂ ਕਿਹੜੇ ਦੁੱਧ ਧੋਤੇ ਜੋ। ਇਸ ਕਰਕੇ ਗੱਲਾਂ ਦਾ ਮੈਨੂੰ ਨਹੀਂ ਲੱਗਦਾ ਕੋਈ ਬਹੁਤਾ ਫਾਇਦਾ ਹੈਗਾ। 52 ਬੰਦੇ ਆ, 53 ਬੰਦੇ ਕਿੱਥੋਂ ਗਿਣਦੇ ਆ, ਕਿਹੜਾ ਹੈਡ ਕਾਊਂਟ ਕੀਤਾ। ਮੈਨੂੰ ਲੱਗਦਾ ਕਿ ਲੋਕ ਇਹਨਾਂ ਗੱਲਾਂ ਦੇ ਨਾਲ ਬਹੁਤਾ ਪ੍ਰਭਾਵਿਤ ਨਹੀਂ ਹੁੰਦੇ। ਲੋਕੀ ਪ੍ਰਭਾਵਿਤ ਹੋਣਗੇ ਜਦੋਂ ਤੇ ਕੋਈ ਕੰਕਰੀਟ ਏਜੰਡਾ ਲੈ ਕੇ ਆਉਣਗੇ। ਹੁਣ 13 ਸੀਟਾਂ ਦੀ ਗੱਲ ਕਰੋ ਵੀ ਇਹ 13 ਸੀਟਾਂ ਇੱਥੇ ਲੜਨੀਆਂ, ਸਾਡਾ ਏਜੰਡਾ ਵਾ, ਸਾਡਾ ਰੋਡ ਮੈਪ। ਇਹਨਾਂ ਦਾ ਕੋਈ ਵੀ ਪਾਰਲੀਮੈਂਟ ਤੁਸੀਂ ਦੇਖੋ, ਜਿਹੜਾ TMC ਦੀ ਜਿਹੜੀ ਇੱਕ ਪਾਸੇ ਸੀ, ਉਹਨਾਂ ਦੇ ਜਿਹੜੇ ਹੈਗੇ ਦੂਸਰੇ MLA ਹੈਗੇ ਆ, MP ਹੈਗੇ ਆ, RJD ਵਾਲਿਆਂ ਦੇ ਹੈ, ਜਨਤਾ ਦਲ ਯੂਨਾਈਟਿਡ ਵਾਲਿਆਂ ਦੇ ਹੈ। ਕਿ ਪੰਜਾਬ ਦਾ ਕੋਈ ਵੀ ਆਨਰੇਬਲ ਮੈਂਬਰ ਆਫ ਪਾਰਲੀਮੈਂਟ ਨੇ ਇੰਨਾ ਫੀਅਰਸਫੁਲ ਪਾਰਲੀਮੈਂਟ ਦੇ ਵਿੱਚ ਪੰਜਾਬ ਦਾ ਕੇਸ ਚੁੱਕਿਆ, ਜਾਂ ਜੋ ਕੇਂਦਰ ਸਰਕਾਰ ਕਰ ਰਹੀ ਆ ਜਾਂ ਮੋਦੀ ਸਰਕਾਰ ਕਰ ਰਹੀ ਆ, ਜਾਂ ਜਿਸ ਤਰੀਕੇ ਨਾਲ ਮਿਨੋਰਟੀਜ਼ ਦੇ ਬਾਰੇ ਸਰਕਾਰ ਦਾ ਜਿਹੜਾ ਹੈਗਾ ਰਵੱਈਆ, ਕਦੀ ਉਹਨਾਂ ਫੀਅਰਸਫੁਲ ਤਰੀਕੇ ਦੇ ਨਾਲ ਜਾਂ ਉਹਨਾਂ ਆਵਾਜ਼ ਦੇ ਨਾਲ, ਤਕੜੀ ਆਵਾਜ਼ ਦੇ ਨਾਲ ਮੈਨੂੰ ਨਹੀਂ ਲੱਗਦਾ ਵੀ ਕੋਈ ਮੁੱਦਾ ਚੁੱਕਿਆ ਹੋਵੇ।
ਇਸ ਕਰਕੇ ਠੀਕ ਆ, ਮੇਰਾ ਇਹੀ ਸਵਾਲ ਹੈਗਾ ਕਿ ਉਹਨਾਂ ਨੇ ਗੱਲ ਕਹਿ ਦਿੱਤੀ, ਇਹ ਪੋਲੀਟੀਕਲ ਗੱਲ ਹੈਗੀ ਆ, ਇਹ ਉਹਨਾਂ ਲਈ ਕੋਈ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਕਾਂਗਰਸ ਦਾ ਫਾਇਦਾ ਹੋਊਗਾ। ਹੋ ਸਕਦਾ ਉਹਨਾਂ ਦੇ ਇਸ ਏਜੰਡੇ ਪਿੱਛੇ ਹੋਊ, ਕਿਉਂਕਿ ਕਾਂਗਰਸ ਦੇ ਪੰਜਾਬ ਦੇ ਵਿੱਚ ਦੋ ਧਿਰਾਂ ਬਣ ਗਈਆਂ ਜੀ। ਅੱਧਿਓਂ ਜ਼ਿਆਦਾ ਕਾਂਗਰਸ ਤਾਂ ਬੀਜੇਪੀ ਜਾ ਵੜੀ, ਔਰ ਜਿਹੜੇ ਬਚੇ ਕੁੱਤੇ ਹੈਗੇ ਉਹਨਾਂ ਚੋਂ ਅੱਧੇ ਕੁੱਤੇ ਜਿਹੜੇ ਆ ਕੋਈ ਜਾਂ ਜੇਲ੍ਹ ਜਾਣ ਨੂੰ ਫਿਰਦੇ ਆ, ਜਾਂ ਉਹ ਜਿਹੜੇ ਬਹੁਤ ਸੀਰੀਅਸ ਕਰਪਸ਼ਨ ਦੇ ਇਸ਼ੂ ਜਿਹੜੇ ਉਹ ਫੇਸ ਕਰਨ ਰਹੇ ਆ। ਜਿਹੜੇ 5-10 ਵੱਡੇ ਪ੍ਰੋਮੀਨੈਂਟ ਲੀਡਰ ਹੈਗੇ ਆ, ਉਹਨਾਂ ਚੋਂ 2-3 ਇੱਕ ਬੋਲੀ ਬੋਲਦੇ ਆ, 2-3 ਦੂਸਰੀ ਬੋਲੀ ਬੋਲਦੇ ਆ। ਜਿਹੜੇ ਬੰਦੇ ਆਲਰੇਡੀ ਹੈਗੇ ਆ ਉਹ ਕਹਿੰਦੇ ਸਾਡਾ ਅਲਾਇੰਸ ਹੋਣਾ ਚਾਹੀਦਾ, ਜਿਹੜੇ ਨਹੀਂ ਹੈਗੇ ਉਹ ਕਹਿੰਦੇ ਅਲਾਇੰਸ ਨਹੀਂ ਹੋਣਾ ਚਾਹੀਦਾ। ਬੇਸਿਕਲੀ ਮੈਨੂੰ ਲੱਗਦਾ ਕਿ ਇਹ ਜਿਹੜੀ ਇਹਨਾਂ ਦੀ ਆਪਣੀ ਖਿੱਚੋਤਾਣ ਦਾ ਵੀ ਇੱਕ ਨਤੀਜਾ ਹੈਗਾ ਕਿ ਹਰ ਲੀਡਰ ਜਿਹੜਾ ਹੈਗਾ ਵੱਡੇ ਵੱਡੇ ਬਿਆਨ ਦੇ ਕੇ ਜੀ, ਵੱਡੇ ਵੱਡੇ ਕੰਮ ਕਰਕੇ ਨਹੀਂ, ਜਾਂ ਵੱਡਾ ਵੱਡਾ ਇਮੇਜ ਬਣਾ ਕੇ ਨਹੀਂ, ਜਾਂ ਆਪਣੀ ਐਕਸੈਪਟੇਬਿਲਿਟੀ ਬਣਾ ਕੇ ਨਹੀਂ। ਅਨਫੋਰਚੂਨੇਟ ਪਾਰਟ ਹੈਗਾ ਕਿ ਇਸ ਕਾਂਗਰਸ ਨੇ ਦੇਸ਼ ਨੂੰ ਤੇ ਪੰਜਾਬ ਨੂੰ ਬਹੁਤ ਵੱਡੇ ਪ੍ਰੋਮੀਨੈਂਟ ਲੀਡਰਸ ਦਿੱਤੇ ਸੀਗੇ, ਔਰ ਇਸ ਵੇਲੇ ਕਾਂਗਰਸ ਦੇ ਵਿੱਚ ਬਹੁਤ ਵੱਡਾ ਢਾਂਚਾਗਤ ਜਿਹਦਾ ਦੂਜੀਆਂ ਪਾਰਟੀਆਂ 'ਚ ਵੀ ਹੈਗਾ ਉਹ ਕ੍ਰਾਈਸਿਸ ਹੈਗਾ ਵਾ। ਸੋ ਇਸ ਕਰਕੇ ਇਹਨਾਂ ਦੀ ਪਹੁੰਚ ਕੋਈ ਵੀ ਇਸ ਵੇਲੇ ਅਜਿਹਾ ਮੈਨੂੰ ਨਹੀਂ ਦਿਖਦਾ ਘੱਟੋ ਘੱਟ ਕੇ ਪੰਜਾਬ ਦੇ ਵਿੱਚ ਲੀਡਰ ਹੋਵੇ ਜਿਹੜਾ ਸਰਬ ਪ੍ਰਵਾਨਿਤ ਹੋਵੇ ਜੀ। ਮਾਝੇ ਵਾਲੇ ਮਾਝੇ ਤੱਕ ਸੀਮਿਤ ਰਹਿ ਜਾਂਦੇ ਆ, ਮਾਲਵੇ ਵਾਲੇ ਮਾਲਵੇ ਤੱਕ ਸੀਮਿਤ ਹੈਗੇ ਆ, ਦੁਆਬੇ ਵਾਲੇ ਦੁਆਬੇ ਤੱਕ ਸੀਮਿਤ ਹੈਗੇ ਆ। ਸੋ ਇਸ ਕਰਕੇ ਜਿਹੜਾ ਕਾਂਗਰਸ ਦਾ ਕ੍ਰਾਈਸਿਸ ਵੀ ਹੈਗਾ, ਇਸ ਕਰਕੇ ਜਿਹੜੀ ਲਸਟ ਫॉर ਪਾਵਰ ਵੀ ਹੈ, ਇਸ ਕਰਕੇ ਜਿਹੜਾ ਹੈਗਾ ਕੁਝ ਹੋਰ ਨਾ ਗੱਲ ਕਹਿਣੀ, ਲੋਕਾਂ ਦੇ ਮੁੱਦੇ ਨਾ ਕਹਿਣੇ, ਇਸ ਲਈ ਕੁਝ ਨਾ ਕੁਝ ਤੇ ਕਹਿਣਾ ਪਊਗਾ ਇਹਨਾਂ ਤੇ ਸੇਖੋਂ ਸਾਹਿਬ ਜੇਕਰ ਜਿਸ ਤਰੀਕੇ ਨਾਲ ਇਹਨਾਂ ਨੇ ਬਿਆਨ ਦਿੱਤਾ ਜੀ ਸਾਨੂੰ 13 ਦੇ 13 ਸੀਟਾਂ ਜਿਤਾ ਦਿਓ, ਤੇ ਦੂਸਰੇ ਪਾਸੇ ਜੇਕਰ ਆਪਾਂ ਕਾਂਗਰਸ ਦੀ ਗੱਲ ਕਰੀਏ, ਪਿੱਛੇ ਜੇ ਮੀਟਿੰਗ ਹੋਈਆਂ ਨੇਗੀਆਂ, ਕੇਂਦਰ ਪੱਧਰ ਤੇ ਮੀਟਿੰਗਾਂ ਹੋਈਆਂ ਨੇ, ਉਹਨਾਂ ਦੇ ਵਿੱਚ ਕਿਹਾ ਸੀ ਵੀ ਇਸ ਸੰਬੰਧ ਦੇ ਵਿੱਚ ਪਾਰਟੀ ਪੱਧਰ ਤੇ ਗੱਲਬਾਤ ਕਰਨੀ ਆ, ਪਬਲਿਕ ਡੋਮੇਨ ਦੇ ਵਿੱਚ ਕੋਈ ਗੱਲ ਨਹੀਂ ਕਰਨੀ। ਕਿ ਪੰਜਾਬ ਕਾਂਗਰਸ ਜਾਂ ਫਿਰ ਐਲਓਪੀ ਲੀਡਰ ਉਹਨਾਂ ਗੱਲਾਂ ਨੂੰ ਮੰਨਣ ਨੂੰ ਤਿਆਰ ਨਹੀਂ? ਤੇ ਦੂਸਰਾ ਸਵਾਲ ਇਹ, ਜੇਕਰ ਕੇਂਦਰ ਤਿਆਰ ਹੈਗਾ, ਕੇਂਦਰੀ ਹਾਈਕਮਾਨ ਤਿਆਰ ਹੈ ਗੱਠਜੋੜ ਕਰਨ ਦੇ ਲਈ ਇੰਡੀਆ ਅਲਾਇੰਸ ਦੇ ਵਿੱਚ ਰਹਿ ਕੇ, ਕਿ ਪੰਜਾਬ ਦੀ ਲੀਡਰਸ਼ਿਪ ਉਸ ਅਲਾਇੰਸ ਦੇ ਵਿੱਚੋਂ ਬਾਹਰ ਹੋ ਰਹੀ ਹੈ, ਕਿ ਆਪਣੀ ਹਾਈਕਮਾਨ ਦੀਆਂ ਵੀ ਗੱਲਾਂ ਮੰਨਣ ਦੇ ਹੁਣ ਨਹੀਂ ਅੱਗੇ ਆ ਰਹੀ ਮੰਨਣ ਵਾਸਤੇ? ਕਿਵੇਂ ਦੇਖ ਰਹੇ ਹੋ ਇਸ ਮਾਮਲੇ ਨੂੰ ਕਿ ਜੇ 13 ਸੀਟਾਂ ਦੀ ਗੱਲ ਕਰ ਰਹੀ ਹੈ, ਹਾਈਕਮਾਨ ਕਹਿ ਰਹੀ ਹੈ ਸਾਡਾ ਅਲਾਇੰਸ ਹੈਗਾ, ਫਿਰ ਕਿਵੇਂ ਦੇਖਿਆ ਆਪਾਂ ਇਸ ਅਲਾਇੰਸ ਨੂੰ ਪੰਜਾਬ ਦੇ ਸੰਦਰਭ ਦੇ ਵਿੱਚ? ਨਹੀਂ, 13 ਸੀਟਾਂ ਜਿੱਤਣ ਵਾਸਤੇ ਕਹਿੰਦੇ ਮੁਕਤਸਰ ਰੈਲੀ ਹੋਈ, ਮੁਕਤਸਰ ਦੇ ਲੋਕਾਂ ਨੇ ਥੋੜਾ ਵੋਟਾਂ ਪਾਉਣੀਆਂ, ਫੇਰ ਤੋਂ ਫਾਜ਼ਿਲਕਾ ਬੋਰ ਨੇ ਪਾਉਣੀਆਂ ਵਾ, ਬੋਰ ਜਸਮੇਰ ਨੇ ਪਾਉਣੀਆਂ, ਬਮਿਆਲ ਨੇ ਵੀ ਪਾਉਣੀਆਂ, ਮੇਰੇ ਪਿੰਡ ਚੋਂ ਪੈਣੀਆਂ ਵਾ, ਮਾਲਪੁਰ ਤੋਂ ਵੀ ਪੈਣੀਆਂ ਵਾ, ਫੇਰ ਤੇ ਲੁਧਿਆਣੇ ਵੀ ਪੈਣੀਆਂ, ਫੇਰ ਸਾਰੇ ਪਾਸੇ ਵੱਲੋਂ ਪੈਣੀਆਂ ਚਾਹੀਦੀਆਂ ਵਾ। ਤੁਸੀਂ ਮੁਕਤਸਰ ਦੇ ਲੋਕਾਂ ਨੂੰ ਇੱਕ ਉੱਥੋਂ ਮੈਸੇਜ ਦੇਣਾ ਚਾਹੁੰਦੇ ਜੋ ਮੁਕਤਸਰ ਦੇ ਇੱਕ ਜਿਹੜਾ ਹੈਗਾ ਕਨਸਟੀਟੂਐਂਸੀ ਹੈਗੀ ਆ, ਇਹ ਮੈਨੂੰ ਲੱਗਦਾ ਕਿ ਪਤਾ ਨਹੀਂ ਕਿਉਂ ਇਹਨਾਂ ਦੀ ਆਪਸੀ ਕੋਈ ਢਾਂਚਾਗਤ ਗੱਲਬਾਤ ਨਹੀਂ ਬਣਦੀ। ਜਿਵੇਂ ਓਵਰਆਲ ਜਿਹੜੀ ਮੇਰੀ ਸਮਝ ਹੈਗੀ, ਜਿੰਨੀ ਕਿ ਮਾੜੀ ਮੋਟੀ ਹੈਗੀ ਆ, ਮੈਨੂੰ ਲੱਗਦਾ ਵੀ ਐਡਵਾਂਟੇਜ ਕਾਂਗਰਸ ਦਾ ਹੋ ਸਕਦਾ ਜੇ ਇਹ ਯੂਨਾਈਟਿਡ ਹੋ ਕੇ, ਯੂਨਾਈਟਿਡ ਫੋਰਸ ਬਣ ਕੇ ਇਕੱਲੇ ਆਉਂਦੇ ਆ ਜਾਂ ਦੂਸਰੇ ਪਾਸੇ ਆਉਂਦੇ। ਇਹ ਗੱਲ ਠੀਕ ਆ ਕਿ ਜੇ ਇਹ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਦੇ ਆ ਤੇ ਜਿਹੜੀ ਆਪੋਜੀਸ਼ਨ ਧਿਰ ਹੈਗੀ ਉਹ ਤਕੜੀ ਹੋ ਜਾਊਗੀ। ਉਹ ਚਾਹੇ ਅਕਾਲੀ ਹੋ ਸਕਦੇ ਆ, ਚਾਹੇ ਬੀਜੇਪੀ, ਜਿਨ੍ਹਾਂ ਦੀ ਵੀ ਹੋ ਸਕਦਾ ਕੋਈ ਅੰਡਰਸਟੈਂਡਿੰਗ ਹੋ ਜੇ ਬੀਐਸਪੀ ਦੇ ਵਿੱਚ। ਜੇ ਇਹ ਦੋਵੇਂ ਪਾਰਟੀਆਂ ਆਪਸ ਵਿੱਚ ਲੜਦੀਆਂ ਵਾ, ਉਹ ਹਾਸ਼ੀਏ ਤੇ ਹੋ ਜਾਣਗੀਆਂ। ਤੇ ਵੱਡੀ ਲੜਾਈ ਜਿਹੜੀ ਹੈਗੀ ਆ ਉਹ ਕਾਂਗਰਸ ਦੇ ਆਪ ਦੇ ਵਿੱਚ ਹੋਊਗੀ, ਜਿੱਤਣਾ ਨਾ ਜਿੱਤਣਾ ਤਾਂ ਲੋਕਾਂ ਨੇ ਡਿਸਾਈਡ ਕਰਨਾ ਜੀ। ਔਰ ਉਹਦੇ ਵਿੱਚ ਪੋਸਟਪੋਨ ਅਲਾਇੰਸ ਵਾਲੀ ਗੱਲ ਹੋ ਸਕਦੀ ਆ, ਪਰ ਇਹ ਗੱਲ ਬੜੀ ਕਲੀਅਰ ਆ ਕਿ ਜੇ ਇਕੱਠੇ ਹੋ ਗਏ, ਲੋਕੀ ਜਿਹੜੇ ਹੈਗੇ ਆ ਉਹ ਬਾਉਂਡਡ ਲੇਬਰ ਨਹੀਂ ਹੈ, ਤੇ ਇਹਨਾਂ ਨੂੰ ਹੀ ਵੋਟ ਪਾਉਣੀ ਉਹਨਾਂ ਨੇ। ਇਸ ਕਰਕੇ ਲੋਕੀ ਇਸ ਮਾਮਲੇ 'ਚ ਬਹੁਤ ਕਲੀਅਰ ਆ ਵੀ ਇਹ ਕਿਸ ਮਕਸਦ ਲਈ ਇਕੱਠੇ ਹੋ ਰਹੇ ਆ, ਜਾਂ ਇਹ ਕਿਹੜਾ ਇਹਨਾਂ ਦਾ ਏਜੰਡਾ ਕਿਹੜਾ ਹੈਗਾ ਵਾ, ਜਾਂ ਕਿਹੜੇ ਲੋਕ ਆ ਰਹੇ। ਮੈਂ ਹੋਰ ਵੀ ਗੱਲ ਕਹੂੰਗਾ, ਇਹ ਕਿਹਨਾਂ ਨੂੰ ਅੱਗੇ ਲਿਆ ਰਹੇ ਆ, ਕਿ ਉਹੀ ਪੁਰਾਣੇ ਦਾਦੇ ਬਾਬੇ ਪੜਦਾਦੇ ਵਾਲੇ ਜਿਹੜੇ ਉਹੀ ਅੱਗੇ ਆ ਰਹੇ ਆ, ਜਾਂ ਕੋਈ 4 ਬੰਦੇ ਨਵੇਂ ਵੀ ਲਿਆਂਦੇ ਜਾ ਰਹੇ ਆ, ਜਾਂ ਯੂਥ ਲੱਗੇ ਆ ਰਹੀ ਆ। ਆਮ ਆਦਮੀ ਪਾਰਟੀ ਦਾ ਐਡਵਾਂਟੇਜ ਇਹ ਹੈਗਾ, ਇੱਥੇ ਹਰ ਇੱਕ ਨੂੰ ਆਸ ਹੋ ਜਾਂਦੀ ਆ ਕਿ ਇੱਥੋਂ ਕਿਸੇ ਨਾ ਕਹੇ ਮੇਰਾ ਜਿਹੜਾ ਦਾਅ ਲੱਗ ਜੂਗਾ ਜਾਂ ਮੈਨੂੰ ਮੌਕਾ ਮਿਲ ਜੂਗਾ। ਇਹ ਜਿਹੜੀਆਂ ਰਵਾਇਤੀ ਪਾਰਟੀਆਂ ਹੈਗੀਆਂ, ਇਹਨਾਂ ਦਾ ਸਭ ਤੋਂ ਵੱਡਾ ਡਿਸਐਡਵਾਂਟੇਜ ਹੈਗਾ ਕਿ ਸਾਰੀ ਜਗ੍ਹਾ ਜਿਹੜੀ ਆਪ ਘੇਰ ਕੇ ਬੈਠੀ ਆ, ਆਪਣੇ ਵਾਸਤੇ ਵੀ ਕਰਕੇ ਬੈਠੀ ਆ, ਆਪਣੇ ਟੱਬਰ ਦੇ ਲੋਕਾਂ ਵਾਸਤੇ, ਆਪਣੇ ਰਿਸ਼ਤੇਦਾਰਾਂ ਵਾਸਤੇ। ਸੋ ਮੇਰਾ ਕਹਿਣ ਤੋਂ ਭਾਵ ਆ ਕਿ ਇਹ ਤਾਂ ਪੋਲੀਟੀਕਲ ਲੀਡਰਸ਼ਿਪ ਨੇ ਵੇਖਣਾ ਵਾ ਕਿ ਕਿੱਦਾਂ ਡਿਸਾਈਡ ਕਰਨਾ। ਪਰ ਮੈਨੂੰ ਲੱਗਦਾ ਕਿ ਜਿਹੜੀ ਇਹਨਾਂ ਦੀ ਆਪਣੀ ਇੰਟਰਨਲ ਜਿਹੜੀ ਹੈਗੀ ਆ, ਜਿਹੜੀ ਹੁੰਦਾ ਹਰ ਗਰੁੱਪ ਦੇ ਵਿੱਚ ਫੈਕਸ਼ਨ ਪੋਲਿਟਿਕਸ ਹੁੰਦੀ ਆ, ਉਹ ਬਹੁਤ ਵੱਡੀ ਗੱਲ ਨਹੀਂ ਹੈ। ਨਹਿਰੂ ਦੇ ਸਮੇਂ 'ਚ ਵੀ ਹੁੰਦੀ ਸੀਗੀ, ਉਹ ਇਸ ਹੱਦ ਤੱਕ ਪਹੁੰਚ ਚੁੱਕੀ ਆ ਕਿ ਉਹਦੇ ਵਿੱਚ ਕੋਈ ਵੀ ਅਜਿਹਾ ਲੀਡਰ ਹੈ ਨਹੀਂ ਗਾ ਜਿਹੜਾ ਇਹਨਾਂ ਦੋਵਾਂ ਧਿਰਾਂ ਨੂੰ ਬਿਠਾ ਕੇ, ਜਾਂ ਮੈਨੂੰ ਨਹੀਂ ਲੱਗਦਾ ਕਿ ਜੇ ਇਹਨਾਂ ਦੀ ਸਿੱਧੀ ਪਹੁੰਚ ਕੇਂਦਰੀ ਲੀਡਰਸ਼ਿਪ ਨਾਲ ਹੈਗੀ ਆ, ਉਹ ਇਹਨਾਂ ਨੂੰ ਕੌਨਫੀਡੈਂਸ ਲੈਂਦੇ ਆ ਕਿ ਨਹੀਂ ਲੈਂਦੇ। ਇਹ ਸਾਰੀਆਂ ਚੀਜ਼ਾਂ ਹੁੰਦੀਆਂ ਤੇ ਇਹਨਾਂ ਦਾ ਡਿਸਐਡਵਾਂਟੇਜ ਹੋ ਸਕਦਾ।
ਤੇ ਦੂਸਰੀਆਂ ਪਾਰਟੀਆਂ ਦਾ ਜਿਹੜਾ ਹੈਗਾ ਜ਼ਿਆਦਾ ਫਾਇਦਾ ਹੋ ਸਕਦਾ। ਜੀ ਸਰ, ਤੁਸੀਂ ਐਡਵਾਂਟੇਜ ਦੀ ਗੱਲ ਕੀਤੀ ਹੈ ਵੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਐਡਵਾਂਟੇਜ ਆਗਾ ਕਿਉਂਕਿ ਯੂਥ ਨੂੰ ਪ੍ਰਮੋਟ ਕਰ ਰਹੇ ਨੇ ਜਾਂ ਫਿਰ ਸਕੋਪ ਯੂਥ ਨੂੰ ਨਜ਼ਰ ਆਉਂਦਾ ਪਾਰਟੀ ਦੇ ਵਿੱਚ। ਲੇਕਿਨ ਦੂਸਰੇ ਪਾਸੇ ਜੇ ਆਪਾਂ ਆਰਬੀਆਈ ਦੇ ਅੰਕੜਿਆਂ ਦੀ ਗੱਲ ਕਰੀਏ ਜਿਨ੍ਹਾਂ ਦੇ ਆਧਾਰ ਦੇ ਉੱਪਰ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਆਖਰ ਇਹ 1.5 ਸਾਲ ਦੇ ਕਾਰਜਕਾਲ ਦੇ ਐਸੇ ਕਿਹੜੇ ਅੰਕੜੇ ਨੇ ਜਿਨ੍ਹਾਂ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਨੂੰ ਘੇਰਿਆ, ਆਮ ਆਦਮੀ ਪਾਰਟੀ ਨੂੰ ਘੇਰਿਆ, ਉਹਨਾਂ ਦੀ ਕਾਰਜਸ਼ੈਲੀ ਨੂੰ ਘੇਰਿਆ? ਆਰਬੀ ਦੇ ਅੰਕੜੇ ਆਖਰ ਹੈ ਕੀ ਨੇ? ਪਹਿਲੀ ਗੱਲ ਤਾਂ ਇਹ ਹੈ ਕਿ ਜਿੱਦਾਂ ਉਹਨਾਂ ਨੇ ਜਾਖੜ ਸਾਹਿਬ ਨੇ ਕਿਹਾ ਕਿ ਇਹ ਕਰਜ਼ਾ ਰੋਜ਼ ਲੈ ਰਹੇ ਆ 2 ਕਰੋੜ ਦਾ, ਸ਼ਾਇਦ ਉਹਨਾਂ ਨੇ ਗੱਲ ਕੀਤੀ ਆ ਜੀ। ਤੇ ਜਿੰਨੀ ਸਾਡੀ ਟੋਟਲ ਹੁੰਦੀ ਆ ਜਿਹੜੀ ਸਾਡੀ ਆਮ ਪ੍ਰੋਡਕਸ਼ਨ ਹੁੰਦੀ ਹੈ, ਕਿਉਂਕਿ ਮੈਂ ਇਕਨੋਮਿਕਸ ਦੀ ਬਹੁਤੀ ਜਿਹੜੀ ਉਹ ਨਹੀਂ ਹੈਗਾ, ਉਹਦਾ ਸ਼ਾਇਦ ਜਿੰਨਾ ਸਾਡੀ ਇੱਕ ਸਾਲ ਦੀ ਇਨਕਮ ਹੁੰਦੀ ਆ ਉਹਦਾ ਅੱਧਾ ਜਿਹੜਾ ਹੈਗਾ ਜਾਂ ਅੱਧੇ ਤੋਂ ਵੱਧ ਥੋੜਾ ਜਿਹਾ ਹੈਗਾ ਉਹ ਇਹਨਾਂ ਦੇ ਸਿਰ ਦੇਣਦਾਰੀਆਂ। ਇਹਦਾ ਮਤਲਬ ਹੈਗਾ ਕਿ ਤੁਹਾਡੇ ਜਿਹੜੇ ਪੈਸੇ ਆ ਰਹੇ ਆ ਉਹ ਬਹੁਤ ਥੋੜੇ ਆ ਰਹੇ ਆ, ਦਿਨੋਂ ਦਿਨ ਤੁਹਾਡੇ ਸਿਰ ਤੇ ਕਰਜ਼ਾ ਚੜੀ ਜਾਂਦਾ ਵਾ, ਔਰ ਕਰਜ਼ੇ ਦੀ ਫੰਡ ਅੱਗੇ ਹੀ ਸਾਡੇ ਬਹੁਤ ਭਾਰੀ ਹੈਗੀ ਆ, ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੋਰ ਸਮੱਸਿਆ ਖੜੀ ਹੋਊਗੀ। ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈਗੀ ਆ ਕਿ ਇਹ ਬਹੁਤ ਕਾਹਲੀ ਦੇ ਵਿੱਚ। ਤੁਸੀਂ ਦੇਖੋ ਇਹਨਾਂ ਦਾ ਕੋਈ ਵੀ ਵਿਅਕਤੀ ਇਸ ਮਾਮਲੇ ਦੇ ਉੱਤੇ ਉਸ ਕਿਸਮ ਦਾ ਸਾਨੂੰ ਜਿਹੜਾ ਕੋਈ ਉਹਦਾ ਇਮੇਜ ਨਹੀਂ ਆ ਰਿਹਾ ਕਿ ਜਿਹੜਾ ਇੰਨੀਆਂ ਜਿਹੜੀਆਂ ਸਮੱਸਿਆਵਾਂ ਇਹਨਾਂ ਨੂੰ ਕਿੱਦਾਂ ਹੱਲ ਕਰੂਗਾ। ਫਰੀਬੀਜ਼ ਦੀ ਗੱਲ ਕਰਦੇ ਆ, ਹੁਣ ਲੋਕੀ ਕਹਿਣ ਡੈ ਵੀ ਅੱਜ ਆਰਟੀਕਲ ਵੀ ਆਇਆ ਵਾ ਕਿ 20,000 ਕਰੋੜ ਰੁਪਇਆ ਦੇ ਸਾਰਾ GST ਹੁੰਦਾ ਵਾ ਤੇ 20,000 ਦੀ ਇਲੈਕਟ੍ਰਿਸਿਟੀ ਨਿਕਲਦੀ। ਹਰਿਆਣੇ ਦਾ ਜਿਹੜਾ ਹੈਗਾ 8,000 ਮਹੀਨੇ ਦਾ ਦੂਸਰਾ ਹੈਗਾ GST, ਤਾਂ ਦਿੱਲੀ ਦਾ 5,500 ਰੁਪਏ GST ਆ। ਤਾਂ ਜਿਹੜੀ ਇਹ ਖਾਸ ਕਰਕੇ ਨੌਨ ਡਿਸਕ੍ਰਿਮੀਨੇਟਰੀ ਵੀ ਆ ਵੀ ਹੋ ਜੇ ਇੱਥੇ, ਇਹ ਤਾਂ ਮੈਂ ਹੁਣ ਕਹਿਣਾ ਗੱਲ ਨਹੀਂ ਬਣਦੀ। ਇਹਨਾਂ ਨੇ ਪਿੱਛੇ ਜਿਹੜਾ ਹਿੰਦੂ ਨੈਸ਼ਨਲਿਜ਼ਮ ਵਾਲਾ ਜਿਹੜਾ ਅਲਟਰਾ ਨੈਸ਼ਨਲਿਜ਼ਮ ਜਿਹੜਾ ਇਹਨਾਂ ਦਾ ਲੀਡਰ ਹੈਗਾ ਉਹਦਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਕਿ ਆਹ ਦੇਖੋ ਜੀ ਅਸੀਂ ਇੰਨੇ ਪੈਸੇ ਇੱਥੇ ਦੇ ਕੇ ਆਵਾਂਗੇ। ਤਾਂ ਇਸ ਕਰਕੇ ਇਹ ਬਿਨਾਂ ਕਿਸੇ ਸੋਚ ਦੇ, ਬਿਨਾਂ ਕਿਸੇ ਸਮਝ ਦੇ, ਬਿਨਾਂ ਕਿਸੇ ਫਾਈਨੈਂਸ਼ੀਅਲ ਜਿਹੜੀ ਹੈਗੀ ਆ ਜਿਹੜੀ ਕਹਿੰਦੇ ਹੁੰਦੀ ਆ ਕਿ ਉਹਦੀ ਸਾਂਭ ਸੰਭਾਲ ਦੇ ਉੱਤੇ ਇਹ ਉਸੇ ਤਰੀਕੇ ਨਾਲ ਅੱਗੇ ਵਧੀ ਜਾਂਦੇ ਆ। ਔਰ ਉਹਦੇ ਨਾਲ ਹੋਣਾ ਕੀ ਅਲਟੀਮੇਟਲੀ ਇਹਨਾਂ ਦੀ ਪਪੂਲੈਰਿਟੀ ਡਾਊਨ ਹੋਊਗੀ, ਕਿਉਂਕਿ ਅੱਜ ਤੱਕ ਕੋਈ ਵੀ ਇਹਨਾਂ ਨੇ ਉਹ ਕੰਮ ਸਾਹਮਣੇ ਨਹੀਂ ਆਇਆ ਕਿ ਜਿੱਥੇ ਲੱਗਾ ਰੰਗਲਾ ਪੰਜਾਬ ਇੱਕ ਸਟੇਜ ਤੋਂ ਨਾਰਾ ਦੇਣਾ ਜਿਹੜਾ ਹੁੰਦਾ ਬਹੁਤ ਸੌਖੀ ਗੱਲ ਹੁੰਦੀ ਆ, ਪਰ ਰੰਗਲੇ ਪੰਜਾਬ, ਰੰਗਲੀ ਸਟੇਟ ਨੂੰ ਸਟੇਟ ਬਣਾਉਣਾ ਉਹ ਇੱਕ ਵੱਖਰੀ ਗੱਲ ਹੈ ਜੀ। ਸਰ, ਜਿਸ ਤਰੀਕੇ ਨਾਲ ਆਰਬੀਆਈ ਦੇ ਅੰਕੜੇ ਦੱਸ ਰਹੇ ਨੇ ਵੀ 3.6 ਜੋ ਟੋਟਲ ਰੈਵਨਿਊ ਪੰਜਾਬ ਸਰਕਾਰ ਦਾ ਗਾ, ਉਹਦੇ ਵਿੱਚੋਂ ਸਿਰਫ 3%, 3.6% ਹੈ ਜਿਹੜਾ ਵਿਕਾਸ ਦੇ ਕਾਰਜਾਂ ਦੇ ਵਿੱਚ ਹੈ। ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਵੀ 24%, 1/4 ਜਿਹੜਾ ਰੈਵਨਿਊ ਆਗਾ ਉਹ ਸਿਰਫ ਔਰ ਸਿਰਫ ਸਬਸਿਡੀਆਂ, ਬਿਜਲੀ ਦੇ ਸਬਸਿਡੀਆਂ ਦੇ ਵਿੱਚ ਚਲੇ ਜਾਂਦਾ, ਤੇ ਬਾਕੀ 23,000 ਕਰੋੜ ਤੋਂ ਵੱਧ ਉਹ ਜਿਹੜਾ ਪਹਿਲਾਂ ਉਹਨਾਂ ਕੋਲੇ ਕਰਜ਼ੇ ਚੁੱਕੇ ਹੋਏ ਨੇ ਉਹਨਾਂ ਦੇ ਵਿਆਜ ਦੇ ਰੂਪ ਵਿੱਚ ਚਲਾ ਜਾਂਦਾ। ਜੇਕਰ ਇਹ ਅੰਕੜੇ, ਕਿਉਂਕਿ ਆਰਬੀ ਦੇ ਅੰਕੜੇ ਨੇ, ਜੇਕਰ ਅੰਕੜੇ ਨੇ ਇਹ, ਤਾਂ ਫਿਰ ਕਿਹੜੇ ਰੰਗਲੇ ਪੰਜਾਬ ਦੀ ਗੱਲ ਮਾਨ ਸਰਕਾਰ ਵੱਲੋਂ ਹੋ ਰਹੀ ਹੈ ਤੇ ਕਿਹੜੀ ਗਾਈਡਲਾਈਨਸ ਦੇ ਅਕੋਰਡਿੰਗ ਹੁਣ ਕੰਮ ਕੀਤਾ ਜਾਏਗਾ ਵੀ ਇਹ ਰੈਵਨਿਊ ਵਧਾਇਆ ਜਾਵੇ? ਕਿਉਂਕਿ ਬਾਕੀ ਪਾਰਟੀਆਂ, ਵਿਰੋਧੀ ਪਾਰਟੀਆਂ ਵੀ ਰੈਵਨਿਊ ਲੈ ਕੇ ਘੇਰ ਰਹੀਆਂ ਨੇ, ਕਿਉਂਕਿ 40,000 ਕਰੋੜ ਰੁਪਏ ਦੀ ਗੱਲ ਕੇਜਰੀਵਾਲ ਸਾਹਿਬ ਕਰ ਰਹੇ ਸੀ, ਉਹ ਰੈਵਨਿਊ ਆ ਨਹੀਂ ਰਿਹਾ। ਜਿਹੜਾ ਰੈਵਨਿਊ ਆ ਰਿਹਾ ਹੈ ਉਹ ਫਿਰ ਜਾਂ ਕਰਜ਼ੇ ਦੇ ਰੂਪ ਦੇ ਵਿੱਚ ਜਾਂ ਸਬਸਿਡੀ ਦੇ ਰੂਪ ਵਿੱਚ ਜਾ ਰਿਹਾ, ਤਾਂ ਫਿਰ ਪੰਜਾਬ ਤਰੱਕੀ ਦੀਆਂ ਰੀਹਾਂ ਤੇ ਕਿਵੇਂ ਆਏਗਾ? ਕਿਵੇਂ ਦੇਖ ਰਹੇ ਹੋ ਫਿਰ ਇਹਨਾਂ ਅੰਕੜਿਆਂ ਨੂੰ? ਤਰੱਕੀ ਇਹਨਾਂ ਨੇ ਕੀ ਲਿਆਉਣੀ ਆ? ਇਹਨਾਂ ਦੀ ਉਹ ਸਮਝ ਤਰੱਕੀ ਵਾਲੀ ਹੈਗੀ ਹੈ। ਇਹਨਾਂ ਦੀ ਤਰੱਕੀ ਦੀ ਸਮਝ ਸਟੇਜ ਦੀ ਤਰੱਕੀ ਆ। ਬੜੇ ਬੜੇ ਬਿਆਨ ਵਾ, ਦੂਸਰਿਆਂ ਨੂੰ ਰਿਡੀਕਿਊਲ ਕਰਨਾ, ਠੀਕ ਆ, ਉਹਨਾਂ ਨੇ ਬਹੁਤ ਮਾੜਾ ਕੰਮ ਕੀਤਾ। ਮੈਂ ਕਹਿੰਦਾ ਅਕਾਲੀਆਂ ਕਾਂਗਰਸੀਆਂ ਨੇ ਪੱਠਾ ਬਿਠਾ ਲਿਆ ਪੰਜਾਬ ਦਾ, ਪਰ ਤੁਹਾਨੂੰ 92 ਸੀਟਾਂ ਦਿੱਤੀਆਂ ਭਾਈ, ਤੁਸੀਂ ਕੋਈ ਹਾਰਡ ਫੈਸਲੇ ਲਓ, ਤੁਸੀਂ ਪਬਲਿਕ ਇੰਟਰਸਟ ਦੇ ਫੈਸਲੇ ਲਓ, ਤੁਸੀਂ ਇਹ ਬਹੁਤ ਕਲੀਅਰ ਕੱਟ ਜਿਹੜਾ ਇਹ ਸਟੈਂਡ ਲਓ ਕਿ ਆਹ ਚੀਜ਼ ਹੋਣੀ ਚਾਹੀਦੀ ਆ, ਆਹ ਚੀਜ਼ ਨਹੀਂ ਹੋਣੀ ਚਾਹੀਦੀ। ਤੁਸੀਂ ਉਹ ਫਰੀਬੀ ਜਿਹੜੀ ਹੈਗੀ ਆ, ਜਿਹੜੀ ਖਾਸ ਕਰਕੇ ਕਿਸੇ ਵੀ ਦੇਸ਼ 'ਚ ਨਹੀਂ ਹੈਗੀ, ਇਹ ਕਿਸੇ ਇਕਨੋਮੀ 'ਚ ਨਹੀਂ ਚੱਲਣੀ, ਬਹੁਤ ਲੰਮਾ ਸਮਾਂ ਨਹੀਂ ਚੱਲ ਸਕਦੀ। ਔਰ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਵੀ ਆਪਣਾ ਟਾਈਮ ਇਹਨਾਂ ਲੱਗਦਾ ਸੀ ਵੀ ਸ਼ਾਇਦ ਇਹਦੇ ਨਾਲ ਜਿਹੜਾ ਸਾਡਾ ਜ਼ਿਆਦਾ ਪਪੂਲੈਰਿਟੀ ਵਧੂਗੀ, ਜ਼ਿਆਦਾ ਅਗਲੇ ਪਾਸੇ ਹੋਰ ਕ੍ਰਾਈਸਿਸ ਆਪ ਵੀ ਫਸਦੇ ਜਾਂਦੇ ਆ ਤੇ ਦੂਸਰਿਆਂ ਨੂੰ ਵੀ ਕ੍ਰਾਈਸਿਸ ਫਸਾਈ ਜਾਂਦੇ ਆ। ਇਹਦੇ ਨਾਲ ਜਿਹੜੀ ਖਾਸ ਕਰਕੇ ਕਿਸੇ ਵੀ ਲੈਵਲ ਦੇ ਉੱਤੇ ਤੁਸੀਂ ਦੇਖੋ ਜਿਹੜੇ ਹੋਰ ਮੁੱਦੇ ਸੀਗੇ, ਲਾ ਐਂਡ ਆਰਡਰ ਦਾ ਇੰਨਾ ਮਾੜਾ ਹਾਲ ਵਾ, ਫਿਰ ਪਿੰਡਾਂ ਦੇ ਵਿੱਚ ਸਾਨੂੰ ਉਹ ਅਕਾਲੀਆਂ ਦੀ ਤੇ ਕਾਂਗਰਸੀਆਂ ਦੇ ਸਮੇਂ ਦੀ ਯਾਦ ਪਾਉਣੀ ਸ਼ੁਰੂ ਕਰ ਦਿੱਤੀ। ਉਸੇ ਤਰੀਕੇ ਨਾਲ ਡਾਕੇ ਪੈਣ ਡਏ ਆ, ਬੈਂਕਾਂ 'ਚ ਦਿਨ ਦਿਹਾੜੇ ਡਾਕੇ ਵੱਜਣ ਡਏ ਆ, ਦਿਨ ਦਿਹਾੜੇ ਜਿਹੜੇ ਐਕਟਿਵਿਸਟ ਹੈਗੇ ਆ, ਪੋਲੀਟੀਕਲ ਐਕਟਿਵਿਸਟ ਆ, ਕਿਸਾਨ ਐਕਟਿਵਿਸਟ ਆ, ਉਹਨਾਂ ਨੂੰ ਗੋਲੀਆਂ ਵੱਜ ਰਹੀਆਂ ਵਾ। ਔਰ ਇਹ ਜਿਹੜੇ ਇਹਨਾਂ ਦਾ ਹੈ ਹੀ ਕੋਈ ਨਹੀਂ, ਮਤਲਬ ਕੰਸਰਨ ਹੀ ਨਹੀਂ ਇਸ ਪਾਸੇ ਵੱਲ।
ਨਿਯੁਕਤੀ ਪੱਤਰ 400 ਬੰਦੇ ਨੂੰ ਦੇਣੀ ਆ, ਸਾਰਾ ਤਾਮਝਾਮ ਇਕੱਠਾ ਕਰਕੇ ਮੁੱਖ ਮੰਤਰੀ ਸਾਹਿਬ ਪਹੁੰਚ ਜਾਂਦੇ ਉੱਥੇ। ਵਿੱਚ ਕੱਢਣਾ ਕੀ ਤੁਸੀਂ? ਇਹ ਜੇ ਠੀਕ ਦੂਸਰਿਆਂ ਨੇ ਗਲਤੀਆਂ ਕੀਤੀਆਂ, ਨਿਯੁਕਤੀ ਪੱਤਰ ਨਹੀਂ ਦਿੱਤੇ, ਤੇ ਜ਼ਰੂਰੀ ਤੁਸੀਂ ਇਹਨਾਂ ਇੱਥੋਂ ਲੋਕਾਂ ਨੂੰ ਸੱਦ ਕੇ ਤੇ ਉੱਥੇ ਉਹਦੀਆਂ ਫੋਟੋਆਂ ਲਗਾਉਣੀਆਂ, ਜਾਂ ਇਹਨਾਂ ਤੁਸੀਂ ਪ੍ਰੋਪਗੈਂਡਾ ਕਰਨਾ, ਜਾਂ ਇਹਨਾਂ ਪ੍ਰਚਾਰ ਕਰਨਾ? ਅਲਟੀਮੇਟਲੀ ਇਹ ਚੀਜ਼ਾਂ ਨੂੰ ਲੈ ਪੈਣਗੀਆਂ, ਜੇ ਥੋੜਾ ਸਮਾਂ ਚੱਲ ਜਾਊਗਾ। ਇਹਨਾਂ ਦਾ ਐਡਵਾਂਟੇਜ ਇਹੀ ਹੈਗਾ ਕਿ ਦੂਸਰੇ ਇਹਨਾਂ ਦੇ ਮੁਕਾਬਲੇ ਦੇ ਉੱਤੇ ਜ਼ਿਆਦਾ ਲੋਕਾਂ ਦੀ ਨਫ਼ਰਤ ਦੇ ਪਾਤਰ ਵਾ, ਚਾਹੇ ਉਹ ਕਾਂਗਰਸ ਵਾਲੇ ਹੋਣ ਚਾਹੇ ਉਹ ਅਕਾਲੀ ਹੋਣ। ਇਹ ਲੋਕੀ ਥੋੜਾ ਜਿਹਾ ਇਹਨਾਂ ਨੂੰ ਇਸ ਚੀਜ਼ ਦਾ ਐਡਵਾਂਟੇਜ ਦਿੰਦੇ ਆ। ਸ਼ੁਰੂ 'ਚ ਇਹਨਾਂ ਦਾ ਬਹੁਤ ਵੱਡਾ ਐਡਵਾਂਟੇਜ ਸੀਗਾ, ਜੇ ਕਿਸੇ ਉਸ ਐਡਵਾਂਟੇਜ ਨੂੰ ਇਹ ਮਟੀਰੀਅਲਾਈਜ਼ ਕਰ ਜਾਂਦੇ, ਅਪਰੋਪਰੀਏਟ ਕਰ ਜਾਂਦੇ, ਜੋ ਵੀ ਫੈਸਲਾ ਪੰਜਾਬ ਦੇ ਹਿੱਤ 'ਚ ਹੁੰਦਾ ਉਹ ਕੌੜਾ ਫੈਸਲਾ ਵੀ ਹੋ ਸਕਦਾ ਸੀ। ਤੁਸੀਂ ਫਰੀਬੀ ਚਾਹੇ ਬੱਸਾਂ ਦਾ ਸਫ਼ਰ ਹੈਗਾ ਵਾ, ਚਾਹੇ ਤੁਹਾਡਾ ਬਿਜਲੀ ਵਾਲਾ ਹੈਗਾ, ਜਾਂ ਜਿਹੜੀਆਂ ਹੋਰ ਤੁਹਾਡੀਆਂ ਤੁਸੀਂ ਇੱਧਰ ਉੱਧਰ ਕਰਨ ਦਾ ਜੋ ਮਸ਼ਹੂਰੀਆਂ ਕੱਢੇ ਦੀ ਲੋੜ ਹੀ ਨਹੀਂ ਪਾਈ ਹੈ। ਤੁਹਾਨੂੰ ਜਦੋਂ ਪਤਾ ਹੈਗਾ ਕਿ ਠੀਕ ਹੈ ਤੁਸੀਂ ਕੰਮ ਕਰ ਰਹੇ ਜੋ ਉਹ ਕਰੀ ਜਾਓ, ਪਰ ਚੱਕਰ ਇਹ ਹੈਗਾ ਵੀ ਏਜੰਡਾ ਕਿਤੇ ਹੋਰ ਵਾ ਹੈ, ਤੜਾਵਾਂ ਕਿਤੇ ਹੋਰ ਖਿੱਚੀਆਂ ਜਾਂਦੀਆਂ ਵਾ, ਜਹਾਜ਼ ਕਿਤੇ ਹੋਰ ਚਾਹੀਦਾ ਵਾ ਹੈ, ਪ੍ਰੋਪਗੈਂਡਾ ਬਾਹਰਲੇ ਪਾਸੇ ਜਾਈ ਜਾਂਦਾ। ਇਹ ਦਿਨੋਂ ਦਿਨ ਇਹਨਾਂ ਦੇ ਅਗੇਂਸਟ ਜਾ ਰਿਹਾ। ਲੋਕਾਂ ਲਈ ਇਹਨਾਂ ਨੇ ਬਹੁਤ ਵੱਡੀ ਸਮੱਸਿਆ ਇਸ ਵੇਲੇ ਪੈਦਾ ਕਰ ਦੇਣੀ ਹੈ ਆਉਣ ਵਾਲੀ ਚੋਣਾਂ ਦੇ ਵਿੱਚ। ਲੋਕੀ ਹੋ ਸਕਦਾ ਅਕਾਲੀ ਜਾਂ ਕਾਂਗਰਸ ਵਾਲੇ ਪਾਸੇ ਨਾ ਜਾਂਦੇ, ਬੀਜੇਪੀ ਵਾਲੇ ਪਾਸੇ ਨਾ ਜਾਂਦੇ, ਪਰ ਜੇ ਇਹਨਾਂ ਦਾ ਵਰਤਾਰਾ ਵੀ ਇਹੀ ਰਿਹਾ, ਮੈਨੂੰ ਲੱਗਦਾ ਫਿਰ ਲੋਕਾਂ ਲਈ ਤਾਂ ਇਹ ਬਹੁਤ ਵੱਡਾ, ਇਹੀ ਕਹੀ ਜਾਵਾਂਗੇ ਵੀ ਜਿਹੜਾ ਵਿਸ਼ਵਾਸਘਾਤ ਲੋਕਾਂ ਨੇ ਕੀਤਾ, ਇਹ ਵਿਸ਼ਵਾਸ ਕੀਤਾ ਸੀ ਇਹਨਾਂ ਦੇ ਬੰਦੇ ਸੀਟਾਂ ਦੇ ਕੇ, ਉਹਨੂੰ ਸਟਰੈਂਥਨ ਕਰਨ ਦੀ ਬਜਾਏ ਜਿਹੜਾ ਹੈਗਾ ਸੀਗਾ ਇਹ ਆਪਣੇ ਪੈਰਾਂ ਦੇ ਉੱਤੇ ਸ਼ਾਇਦ ਆਪ ਘੜਾ ਮਾਰ ਰਹੇ ਆ। ਕਿਉਂਕਿ ਬਹੁਤ ਸਿੱਧਾ ਹੈ ਮੁੱਖ ਮੰਤਰੀ ਸਾਹਿਬ ਜਦੋਂ ਬੋਲਦੇ ਆ, ਉਹ ਨਾਰਮਲ ਨਹੀਂ, ਉਹ ਦੂਸਰੇ ਨੂੰ ਜੋ ਜਿਹੜੇ ਕਰਪਟ ਆ, ਬਹੁਤ ਚੰਗੀ ਗੱਲ ਆ, ਲੋਕੀ ਬਹੁਤ ਖੁਸ਼ ਹੁੰਦੇ ਆ ਜਦੋਂ ਕੋਈ ਕਰਪਟ ਬੰਦਾ ਫੜਿਆ ਜਾਂਦਾ, ਜਦੋਂ ਤੁਸੀਂ ਕਰਪਟ ਪੋਲੀਟੀਸ਼ੀਅਨ ਨੂੰ ਤੁਸੀਂ ਫੜ ਕੇ ਅੰਦਰ ਦਿੰਦੇ ਜੋ, ਪਰ ਵਿੱਚੋਂ ਹੀ ਤੁਸੀਂ ਕਦੀ ਉਹ ਹੋਰ ਲੈ ਉਹਦੇ ਵਿੱਚ ਸਪੋਰਟਸਮੈਨ ਨੇ ਮੈਨੂੰ ਆਹ ਕਿਹਾ, ਉਹਦੀ ਫਿਆਸਕ ਹੋ ਜਾਂਦੀ ਆ, ਹੋਰ ਸਟੇਟਮੈਂਟ ਦਿੰਦੇ ਉਹਦੀ ਫਿਆਸਕ ਹੋ ਜਾਂਦੀ ਆ, ਤੇ ਉਹਨੇ ਕੀਤੀ ਕਰਾਈ ਜਿਹੜੀ ਉਹ ਜਿਹੜੀ ਹੁੰਦੀ ਆ ਖੂਜ ਪੈਂਦੀ ਆ। ਚੰਗੀ ਗੱਲ ਇਹ ਹੈਗੀ ਆ ਕਿ ਤੁਸੀਂ ਸਾਰੇ ਕਰਪਟ ਫੜ ਕੇ ਅੰਦਰ ਦਿਓ ਹੈ, ਸਾਰੇ ਜਿਹੜੇ ਹੋਰ ਥੱਲੇ ਵਾਲੇ ਉਹਨਾਂ ਨੂੰ ਅੰਦਰ ਦਿਓ, ਲਾ ਐਂਡ ਆਰਡਰ ਨੂੰ ਤੁਸੀਂ ਮੇਨਟੇਨ ਕਰੋ, ਲੋਕੀ ਤੁਹਾਡੇ ਨਾਲ ਆਉਣਗੇ। ਪਰ ਥੋੜੀ ਜਿਹੀ ਜਿਹੜੀ ਹੈਗੀ ਆ ਰਾਜਨੀਤੀ, ਕਿਉਂਕਿ ਤਾਕਤ ਸਦਾ ਕਿਸੇ ਕੋਲ ਨਹੀਂ ਰਹਿੰਦੀ, ਉਹਦੇ ਵਿੱਚ ਜ਼ਰੂਰ ਹੈਗਾ ਵੀ ਜਿੰਨੀ ਨਿਪਟਤਾ ਜ਼ਿਆਦਾ ਹੋਵੇ, ਕੰਮ ਕਰੀ ਚਲੋ, ਉਹਨਾਂ ਐਡਵਾਂਟੇਜ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਉਸ ਵਿਅਕਤੀ ਨੂੰ ਜਾਂ ਉਸ ਪਾਰਟੀ ਨੂੰ ਜਾਂ ਉਸ ਸਰਕਾਰ ਨੂੰ ਜ਼ਿਆਦਾ ਉਹਦਾ ਹੋ ਜਾਂਦਾ। ਜੀ ਬਿਲਕੁਲ ਸਰ। ਤੇ ਉਧਰ ਸਰ ਤੁਸੀਂ ਆਪਣੇ ਐਨਾਲਿਸਿਸ ਦੀ ਸ਼ੁਰੂਆਤ ਦੇ ਵਿੱਚ ਸੁਨੀਲ ਜਾਖੜ ਦਾ ਨਾਮ ਲਿੱਤਾ ਸੀ, ਕਿਉਂਕਿ ਉਹਨਾਂ ਦੇ ਵੱਲੋਂ ਵੀ ਇੱਕ ਹਵਾਲਾ ਦਿੱਤਾ ਗਿਆ ਹੈ, ਉਹਨਾਂ ਨੇ ਦੱਸਿਆ, ਕਾਰਨ ਦੱਸੇ ਨੇ ਵੀ ਆਖਰ ਆਰਡੀਐਫ, ਜਿਹੜੇ ਆਰਡੀਐਫ ਦਾ ਰੌਲਾ ਮਾਨ ਸਰਕਾਰ ਦੇ ਵੱਲੋਂ ਭਾਵੇਂ ਸੁਪਰੀਮ ਕੋਰਟ ਦੀ ਗੱਲ ਕਰੀਏ ਉੱਥੇ ਜਾ ਕੇ ਪਟੀਸ਼ਨ ਪਾਈ ਗਈ ਵੀ ਭਾਈ ਸਾਡਾ ਆਰਡੀਐਫ ਦਵਾਓ, ਜਾਂ ਫਿਰ ਹੁਣ ਇੱਕ ਚਿੱਠੀ ਉਹਨਾਂ ਦੇ ਵੱਲੋਂ ਰਾਜਪਾਲ ਨੂੰ ਲਿਖੀ ਗਈ ਵੀ ਆਰਡੀਐਫ ਦੀ ਗੱਲ ਤੁਸੀਂ ਪ੍ਰਧਾਨ ਮੰਤਰੀ ਕੋਲ ਚੁੱਕੋ, ਗ੍ਰਹਿ ਮੰਤਰੀ ਕੋਲ ਚੁੱਕੋ, ਲੇਕਿਨ ਉਲਟਾ ਘਿਰ ਗਏ ਨੇ 50,000 ਦੇ ਮਾਮਲੇ ਦੇ ਉੱਪਰ। ਹੁਣ ਉਹ ਕਿਹੜੇ ਖੁਲਾਸੇ ਨੇ, ਕਿਹੜੇ ਕਾਰਨ ਨੇ ਜਿਹੜੇ ਜਾਖੜ ਸਾਹਿਬ ਵੱਲੋਂ ਦੱਸੇ ਗਏ ਨੇ ਜਿਨ੍ਹਾਂ ਕਾਰਨਾਂ ਕਰਕੇ ਪੰਜਾਬ ਦਾ ਆਰਡੀਐਫ ਦਾ ਫੰਡ ਰੁਕਿਆ? ਕਿਹੜੇ ਖੁਲਾਸੇ ਨੇ ਜਿਹੜੇ ਸੁਨੀਲ ਜਾਖੜ ਦੇ ਵੱਲੋਂ ਕੀਤੇ ਗਏ ਨੇ ਜੀ? ਇਹ ਪਹਿਲੀ ਗੱਲ ਤਾਂ ਇਹ ਵੀ ਜਿਹੜੀ ਕੇਂਦਰ ਦੀ ਸਰਕਾਰ ਵਾ, ਉਹ ਜਿਹੜੀਆਂ ਨਾਨ ਕਾਂਗਰਸ ਗਵਰਨਮੈਂਟ ਆ ਉਹਦੇ ਪ੍ਰਤੀ ਵਤੀਰਾ ਉਹਦਾ ਬਹੁਤ ਡਿਸਕ੍ਰਿਮੀਨੇਟਰੀ, ਇਹ ਚੀਜ਼ ਕੰਡੈਮੇਬਲ ਹੈ ਜੀ। ਉਹ ਜਿੱਦਾਂ ਸਮਝਿਆ ਜਾਵੇ ਉਹ ਮਾਤਾ ਪਿਤਾ, ਕੇਂਦਰ ਦੀ ਸਰਕਾਰ ਮਾਤਾ ਪਿਤਾ ਹੁੰਦੀ ਆ, ਦੂਸਰੀਆਂ ਸਟੇਟਾਂ ਨੂੰ ਨਾਲ ਲੈ ਕੇ ਚੱਲਦਾ। ਔਰ ਇਹ ਗੱਲ ਹੈਗੀ ਆ ਕਿ ਜਿਸ ਤਰੀਕੇ ਨਾਲ ਜਾਖੜ ਸਾਹਿਬ ਵੀ ਉਹ ਸਰਕਾਰ ਦੇ ਵਿੱਚ ਰਹੇ ਆ, ਜਾਖੜ ਸਾਹਿਬ ਸ਼ਾਇਦ ਕਿ ਇਸ ਸਮੇਂ ਦੇ ਵਿੱਚ ਕਾਬਿਨੇਟ ਮਿਨਿਸਟਰ ਵੀ ਹੁੰਦੇ ਸੀਗੇ, ਮੇਰੇ ਖਿਆਲ 2002 ਦੇ ਵਿੱਚ ਐਗਜ਼ੈਕਟ ਕੀਤਾ ਹੋਵੇ ਤਾਂ, ਇਹ ਉਸ ਪਾਰਟੀ ਦੇ ਵਿੱਚ ਰਹੇ ਆ। ਜੋ ਆਰਡੀਐਫ ਦਾ ਹਾਲ ਅਕਾਲੀਆਂ ਨੇ ਜਾਂ ਇਹਨਾਂ ਨੇ ਕੀਤਾ ਹੈਗਾ ਵਾ, ਉਹ ਕਿਸੇ ਤੋਂ ਜਿਹੜਾ ਹੈਗਾ ਵਾ ਉਹ ਲੁਕੋਇਆ ਨਹੀਂ ਹੈ। ਔਰ ਕਿਸ ਤਰੀਕੇ ਨਾਲ ਡਿਵਰਟ ਕੀਤਾ ਗਿਆ, ਬਾਦਲ ਸਾਹਿਬ ਉਹਨਾਂ ਨੇ ਇੱਕ ਨਵਾਂ ਸਿਸਟਮ ਸ਼ੁਰੂ ਕਰਤਾ ਸੀ, ਸੰਗਤ ਦਰਸ਼ਨ ਸ਼ੁਰੂ ਕਰਤਾ, ਸ਼ਾਇਦ ਉਹਨੂੰ ਆਡਿਟ ਤੋਂ ਵੀ ਬਾਹਰ ਕੱਢ ਕੇ ਕਰ ਦਿੱਤਾ। ਪੰਜਾਬ ਦਾ ਬਣਦਾ ਹੱਕ ਜਿਹੜਾ ਸੀ ਉਹ ਦੇਣਾ ਬਣਦਾ ਉਹ ਕੇਂਦਰ ਸਰਕਾਰ ਨੂੰ, ਪਰ ਸਮੱਸਿਆ ਇਹ ਹੈ ਕਿ ਇਹ ਬਾਰ-ਬਾਰ ਕਨਫਰੰਟੇਸ਼ਨ ਕ੍ਰੀਏਟ ਕਰਦੇ ਆ। ਅਜੇ ਇੰਨੀ ਵੱਡੀ ਤਾਕਤ ਨਹੀਂ ਹੈ, ਜਾਂ ਕੇਜਰੀਵਾਲ ਹੋਵੇ ਜਾਂ ਭਗਵੰਤ ਮਾਨ ਹੋਣੀ ਇਹ ਸਰਕਾਰ ਹੋਵੇ, ਇਹ ਕੋਈ ਇੰਨੀ ਵੱਡੀ ਪੋਲੀਟੀਕਲ ਫੋਰਸ ਨਹੀਂ ਹੈ ਕਿ ਜਿਹੜੀ ਪ੍ਰੈਸ਼ਰ ਪਾ ਕੇ ਉਹਨਾਂ ਕੋਲ ਰਿਲੀਜ਼ ਕਰਾ ਸਕੇ। ਇਹ ਉਹਨਾਂ ਨੂੰ ਪਤਾ ਹੁੰਦਾ ਕਿ ਤੁਰੇ ਫਿਰ ਕੇ ਜੋ ਮਰਜ਼ੀ ਕਰੀ ਜਾਣ। ਕੇਂਦਰ ਸਰਕਾਰ ਪੰਜਾਬ ਲਈ ਇਸ ਤੋਂ ਬਿਨਾਂ ਹੋਰ ਬਹੁਤ ਸਾਰੀਆਂ ਸਮੱਸਿਆ ਪੈਦਾ ਕਰਦੀ ਆ। ਉਹ ਕਦੀ ਚੰਡੀਗੜ੍ਹ ਲੈ ਆਉਂਦੀ ਆ, ਕਦੀ ਬਾਰਡਰ ਦੀ ਬੈਲਟ ਵਧਾ ਦਿੰਦੀ ਆ, ਕਦੀ BBMP ਜਿਹੜਾ ਹੈਗਾ ਵਾ ਉਹਦੀ ਸਮੱਸਿਆ ਖੜੀ ਕਰ ਸਕਦੀ ਆ, ਕਦੀ ਉਹ ਪਾਣੀਆਂ ਦਾ ਮੁੱਦਾ ਲੈ ਆਉਂਦੀ ਆ। ਇਹ ਟਰੈਪ ਹੋਈ ਜਾ ਰਹੇ ਆ। ਇਹਨਾਂ ਨੂੰ ਲੱਗਦਾ ਵੀ ਸਿਰਫ ਭਾਸ਼ਣ ਦੇ ਨਾਲ ਹੀ ਜਿਹੜਾ ਹੈਗਾ ਅਸੀਂ ਵੋਟਾਂ ਹੀ ਪੱਕੀਆਂ ਕਰਨੀਆਂ। ਮੈਨੂੰ ਲੱਗਦਾ ਕਿ ਫੇਲਿਅਰ ਆਫ
ਜਿਹੜੀ ਇਹਨਾਂ ਦੀ ਜਿਹੜੀ ਖਾਸ ਕਰਕੇ ਸਟੇਟ ਡਿਪਲੋਮੇਸੀ ਆ, ਇਹਨੂੰ ਕਿੱਦਾਂ ਰਿਜ਼ੋਲਵ ਕਰਨਾ। ਲੋਕੀ ਇਹਨਾਂ ਦੇ ਨਾਲ ਸੀਗੇ, ਹੁਣ ਇਹਨਾਂ ਨੇ ਧਿਰ ਖੜੀ ਕਰਤੀ, ਫਿਰ ਇਹ ਚਲੇ ਗਏ ਦੂਸਰੇ ਸੁਪਰੀਮ ਕੋਰਟ ਦੇ ਵਿੱਚ, ਮੈਟਰ ਸਬ ਜੂਡਿਸ ਹੋ ਗਿਆ। ਫਿਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਗਵਰਨਰ ਸਾਹਿਬ ਨੂੰ ਇਸ ਮਾਮਲੇ 'ਚ ਘੇਰਦੇ ਕਿਉਂ? ਇਹਨਾਂ ਨੂੰ ਕੋਈ ਸਲਾਹ ਦੇਣ ਵਾਲਾ ਨਹੀਂ ਹੈਗਾ। ਇਹ ਤਾਂ ਉਦਾਂ ਹੀ ਹੈਗਾ ਜਿੱਦਾਂ ਇਹਨਾਂ ਨੇ ਪੰਚਾਇਤਾਂ ਦੇ ਵਿੱਚ ਲਿਆ ਕੇ ਪੰਚਾਇਤਾਂ ਨੂੰ ਕਰਕੇ ਡਿਜ਼ੋਲਵ ਤੇ ਮੁੜ ਕੇ ਦੂਸਰਿਆਂ ਦੇ ਸਿਰ ਭਾਂਡਾ ਪਾਉਣਾ ਸ਼ੁਰੂ ਕਰਤਾ। ਮੈਨੂੰ ਲੱਗਦਾ ਕਿ ਸਰਕਾਰ ਦੀ ਇਹ ਮੈਚੁਰਿਟੀ ਹੈ, ਔਰ ਇਹ ਮੈਚੁਰਿਟੀ ਹੌਲੀ ਹੌਲੀ ਇਹ ਨਲਾਇਕੀ ਦੇ ਵਿੱਚ ਬਦਲੀ ਜਾਊਗੀ, ਤੇ ਜਿੱਦਾਂ ਨਲਾਇਕੀ 'ਚ ਬਦਲੀ ਪਰਸੈਪਸ਼ਨ ਬਹੁਤ ਬਦਲੀ ਜਲਦੀ ਚੇਂਜ ਹੁੰਦੀਆਂ ਜੀ। ਤਾਂ ਇਸ ਕਰਕੇ ਜਾਖੜ ਸਾਹਿਬ ਨੇ ਜਿਹੜਾ ਕੀਤਾ ਵੀ ਉਹ ਇਦਾਂ ਖਰਚੇ ਜਾਣਗੇ, ਮੈਨੂੰ ਲੱਗਦਾ ਵੀ ਇਦਾਂ ਨਹੀਂ ਕਹਿਣਾ ਚਾਹੀਦਾ। ਇਹਨਾਂ ਦਾ ਕੰਮ ਇਹਨੂੰ ਖਰਚਣ ਦਿਓ, ਤੁਸੀਂ ਗਲਤ ਨਹੀਂ ਖਰਚੇ ਸੀ, ਦੂਜੀਆਂ ਪਾਰਟੀਆਂ ਨੇ ਉਹ ਭੁਗਤਣ ਰਹੇ ਆ, ਪਰ ਜਿਹੜਾ ਪੰਜਾਬ ਦਾ ਹਿੱਸਾ ਸੀ, ਜਿਹੜਾ ਪੰਜਾਬ ਦਾ ਸ਼ੇਅਰ ਸੀ, ਕਿਉਂਕਿ ਉਹ ਰੂਰਲ ਡਿਵੈਲਪਮੈਂਟ ਫੰਡ ਦੇ ਨਾਲ ਸਾਡੀਆਂ ਪਿੰਡਾਂ ਦੀਆਂ ਸੜਕਾਂ ਬਣਦੀਆਂ ਸੀਗੀਆਂ, ਸਾਡੇ ਮੰਡੀ ਦੇ ਵਿੱਚ ਸ਼ੈੱਡ ਬਣਾਉਣ ਵਾਲੇ ਆ, ਹੋਰ ਬਹੁਤ ਸਾਰਾ ਕੁਝ ਕੰਮ ਕਰਨਾ ਚਾਹੀਦਾ, ਉਹ ਸਾਡਾ ਹੱਕ ਬਣਦਾ। ਪਰ ਸਰ ਉਹ ਕਹਿ ਰਹੇ ਨੇ, ਸਰ ਉਹ ਇਹ ਗੱਲ ਕਹਿ ਰਹੇ ਨੇ ਵੀ ਜਿਹੜੇ ਕੇਂਦਰ ਸਰਕਾਰ ਨੂੰ ਇਹ ਖਦਸ਼ਾ ਹੈਗਾ ਵੀ ਜਿਹੜਾ ਰੂਰਲ ਫੰਡ ਜੇਕਰ ਰਿਲੀਜ਼ ਕੀਤਾ ਜਾਂਦਾ ਇਹਦੀ ਦੁਰਵਰਤੋਂ ਹੋਊਗੀ, ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਕਹਿ ਰਹੇ ਨੇ ਵੀ ਪੰਜਾਬ ਸਰਕਾਰ ਚੱਲ ਰਹੀ ਹੈਗੀ, ਚਾਹੇ ਆਮ ਮੁਹੱਲਾ ਕਲੀਨਿਕਾਂ ਦੀ ਗੱਲ ਕਰੀਏ, ਉਹ ਕਹਿੰਦੇ ਨੇ ਪੈਸਾ ਸੈਂਟਰ ਦਾ ਗਾ, ਲੇਕਿਨ ਮਸ਼ਹੂਰੀ ਆਪਣੀ ਕਰ ਰਹੇ ਨੇ, ਤੇ ਇਹੀ ਖਦਸ਼ਾ ਅੱਗੇ ਕੇਂਦਰ ਸਰਕਾਰ ਕੋਲ ਫਿਰਿਆ ਵੀ ਜੇਕਰ ਅਸੀਂ ਇਹ ਫੰਡ ਰਿਲੀਜ਼ ਕਰਦੇ ਹਾਂ ਤਾਂ ਇਹਦੀ ਦੁਰਵਰਤੋਂ ਹੋਏਗੀ। ਦੂਸਰਾ ਉਹਨਾਂ ਨੇ ਕਿਹਾ ਵੀ ਪਿਛਲੇ 4 ਮਹੀਨਿਆਂ 'ਚ 12,000 ਕਰੋੜ ਰੁਪਏ ਦਾ ਨਵਾਂ ਕਰਜ਼ਾ, ਭਾਵ ਕਿ 100 ਕਰੋੜ ਰੁਪਏ ਰੋਜ਼ ਦਾ। ਫਿਰ ਉਹ ਖਦਸ਼ੇ ਕਿਵੇਂ ਦੇਖ ਰਹੇ ਹੋ? ਖਦਸ਼ਿਆਂ ਤੁਸੀਂ ਇਹਨਾਂ ਨੂੰ, ਕਰਜ਼ਾ ਲੈ ਕੇ ਸਰਕਾਰ ਚੱਲ ਰਹੀ ਹੈ, ਤੇ ਦੂਸਰੇ ਪਾਸੇ ਇਸ ਨਾਲ ਵੀ ਜਦੋਂ ਕਰਜ਼ੇ ਲੈ ਕੇ ਸਰਕਾਰ ਚੱਲ ਰਹੀ ਹੈ, ਜੇਕਰ ਫੰਡ ਰਿਲੀਜ਼ ਕੀਤੇ ਜਾਂਦੇ ਨੇ ਤਾਂ ਨਹੀਂ ਦੁਰਵਰਤ ਹੋਏਗੀ। ਕੇਂਦਰ ਸਰਕਾਰ ਵੱਲੋਂ ਇਹ ਸੁਨੀਲ ਜਾਖੜੇ ਤਰਕ ਦਿੰਦੇ ਨਜ਼ਰ ਆ ਰਹੇ ਨੇ, ਤਰਕ ਨਾਲ ਸਹਿਮਤ ਹੋ ਤੁਸੀਂ? ਨਹੀਂ, ਸਾਰੀਆਂ ਸਰਕਾਰਾਂ ਕਰਦੀਆਂ। ਅਕਾਲੀ ਕੀ ਕਰਦੇ ਸੀਗੇ ਹੈ, ਉਹ ਸੰਗਤ ਦਰਸ਼ਨ ਕੀ ਸੀਗਾ, ਜਿੰਨੀ ਵੇਸਟੇਜ ਉਹਦੇ ਵਿੱਚ ਕੀਤੀ ਆ ਹੈ। ਕਾਂਗਰਸ ਨੇ ਕੀ ਕੀਤਾ, ਸਾਰਾ ਇਹ ਆਪਣਾ ਕੰਮ ਕਰਦੇ ਰਹੇ ਆ। ਖਦਸ਼ਾ ਜ਼ਾਹਰ ਕਰਦੇ ਕੋਈ ਵੀ ਸਰਕਾਰ, ਕੋਈ ਵੀ ਖਾਸ ਕਰਕੇ ਬਿਊਰੋਕਰੇਟ ਜਿਹੜਾ ਹੈਗਾ ਪਾਲਿਸੀ ਤੋਂ ਬਿਨਾਂ ਜਾਂ ਜਿਹੜਾ ਸਾਰਾ ਹੁੰਦਾ ਉਹਦੇ ਤੋਂ ਬਿਨਾਂ ਨਹੀਂ ਕਰ ਸਕਦੇ। ਖਦਸ਼ਾ ਬਾਅਦ ਚ ਪ੍ਰਗਟ ਕਰ ਲਿਓ, ਚੰਗੀ ਗੱਲ ਹੈ, ਇਹਨਾਂ ਨੂੰ ਦਿਓ ਪੈਸੇ ਤੁਸੀਂ। ਜੇ ਇਹ ਗਲਤ ਪੈਸੇ ਉਹਨੂੰ ਯੂਜ਼ ਕਰਨਗੇ ਤੇ ਇਹਨਾਂ ਦੇ ਉੱਤੇ ਤੁਸੀਂ ਜੋ ਮਰਜ਼ੀ ਐਕਸ਼ਨ ਲਓ, ਸੈਂਟਰ ਗਵਰਨਮੈਂਟ ਜੋ ਮਰਜ਼ੀ ਕਰ ਸਕਦਾ, ਪੈਸੇ ਰਿਕਵਰ ਵੀ ਕਰ ਸਕਦਾ। ਤੁਸੀਂ ਦੇਖਿਆ ਹੋਣਾ ਵੀ ਪੁਰਾਣੇ ਸਮੇਂ ਦੇ ਵਿੱਚ ਕਹਿੰਦੇ ਸੀ ਵੀ ਪੰਜਾਬ ਸਰਕਾਰ ਨੇ ਜਿਹੜੀਆਂ ਹੈਗੀਆਂ ਪ੍ਰੋਕਿਉਰਮੈਂਟ ਦੇ ਵਿੱਚ, ਪੁਰਾਣੀਆਂ ਸਰਕਾਰਾਂ ਅਕਾਲੀ ਕਾਂਗਰਸੀਆਂ ਨੇ ਪ੍ਰੋਕਿਉਰਮੈਂਟ ਦੇ ਵਿੱਚ ਬਹੁਤ ਵੱਡੇ ਘਪਲੇ ਕੀਤੇ ਆ। ਤੇ ਤੁਹਾਨੂੰ ਪਤਾ ਹੋਣਾ ਕਿ ਬਾਦਲ ਸਾਹਿਬ ਜਾਂਦਿਆਂ ਜਿਹੜਾ ਸੀ 30,000 ਕਰੋੜ ਜਿਹੜਾ ਹੈਗਾ ਸੀ, ਉਹ ਜਿਹੜਾ ਰਿਜ਼ੋਲਵ ਨਹੀਂ ਹੋਇਆ, ਉਹ ਪੰਜਾਬ ਦੇ ਸਿਰ ਖਰਚਾ ਚੜਾ ਕੇ ਜਿਹੜੇ ਸੀ ਉਹ ਤੁਰ ਕੇ ਸੀ ਆਪਣਾ ਹੱਥ ਸਾਫ਼ ਕਰਕੇ ਉਹਦੇ ਵਿੱਚੋਂ। ਤਾਂ ਮੇਰਾ ਕਹਿਣ ਤੋਂ ਭਾਵ ਵੀ ਖਦਸ਼ੇ ਪਹਿਲੋਂ ਕੋਈ ਜ਼ਾਹਰ ਕਰੀ ਜਾਂਦੇ, ਇਹਦਾ ਮੈਨੂੰ ਰਾਜਨੀਤੀ ਆ। ਉਹਨਾਂ ਲੱਗਦਾ ਵੀ ਜੇ 5-6,000 ਕਰੋੜ ਰੁਪਇਆ ਅਸੀਂ ਇਹਨਾਂ ਨੂੰ ਦੇ ਦੇਵਾਂਗੇ ਤੇ ਹੋ ਸਕਦਾ ਹੈ ਇਹ ਆਪਣਾ ਕੋਈ ਇਨਫਰਾਸਟ੍ਰਕਚਰ ਸਟਰੈਂਥਨ ਕਰ ਲੈਣ ਪਿੰਡਾਂ ਦੇ ਵਿੱਚ, ਪੰਚਾਇਤਾਂ ਨੂੰ ਗ੍ਰਾਂਟ ਦਿੱਤੀ ਜਾਵੇ, ਮੰਡੀਆਂ ਜਿਹੜੀਆਂ ਵਧਾਤੀਆਂ ਜਾਣ। ਮੈਨੂੰ ਲੱਗਦਾ ਕਿਤੇ ਜ਼ਿਆਦੀ ਰਾਜਨੀਤੀ ਹੈ। ਆਮ ਤੌਰ ਤੇ ਅਸੀਂ ਜਾਖੜ ਸਾਹਿਬ ਤੋਂ ਇਹ ਚੀਜ਼ ਕਦੀ ਐਕਸਪੈਕਟ ਨਹੀਂ ਸੀ ਕਰਦੇ, ਕਿਉਂਕਿ ਹੁਣ ਉਹ ਦੂਸਰੀ ਪਾਰਟੀ ਦੇ ਵਿੱਚ ਆ ਤੇ ਇਹ ਜਿਹੜੀ ਉਹਨਾਂ ਦੇ ਮੂੰਹ ਗੱਲ। ਹਾਂ, ਇਹ ਗੱਲ ਜ਼ਰੂਰ ਹੈਗੀ ਆ ਕਿ ਇੱਥੇ ਜਿਹੜਾ ਕਰਜ਼ਾ ਲੈ ਰਹੇ ਆ ਜਾਂ ਇਹਨਾਂ ਦੀ ਜਿਹੜੀ ਰਿਕਵਰੀ ਉਨੀ ਜ਼ਿਆਦਾ ਨਹੀਂ ਹੋ ਰਹੀ, ਪੰਜਾਬ ਦੀ ਉਨੀ ਆਮਦਨ ਨਹੀਂ ਹੈਗੀ ਜਿੰਨਾ ਇਹ ਖਰਚਾ ਕਰ ਰਹੇ ਆ। ਔਰ ਜੇ ਇਸੇ ਤਰੀਕੇ ਨਾਲ ਚੱਲਦਾ ਰਿਹਾ ਤੇ ਪੰਜਾਬ ਹੋਰ ਵੱਡੇ ਕ੍ਰਾਈਸਿਸ 'ਚ ਆ ਜਾਣਗੇ। ਖਦਸ਼ੇ ਦੇ ਬੇਸਿਸ ਦੇ ਉੱਤੇ ਕੋਈ ਗ੍ਰਾਂਟ ਰੋਕਣੀ ਮੇਰੇ ਖਿਆਲ ਆ ਇਹ ਕਿਸੇ ਵੀ ਸਟੇਟ ਦੇ ਨਾਲ ਜਾਂ ਕਿਸੇ ਵੀ ਪਾਰਟੀ ਦੇ ਨਾਲ, ਕੋਈ ਪਾਰਟੀ ਹੋਵੇ, ਉਹ ਧੱਕਾ ਹੁੰਦਾ, ਔਰ ਖਾਸ ਕਰਕੇ ਪੰਜਾਬ ਦੇ ਨਾਲ, ਕਿਉਂਕਿ ਸੈਂਟਰ ਗਵਰਨਮੈਂਟ ਦੀ ਮਨਸ਼ਾ ਇਹ ਆ। 3 ਕਿਸਾਨ ਬਿੱਲ ਲਿਆਉਣ ਦਾ ਕਾਰਨ ਇਹ ਸੀਗਾ ਵੀ ਇਹ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਖਤਮ ਹੋ ਜਾਵੇ, ਇਹ ਜਿਹੜਾ ਲੈਵੀ ਹੁੰਦੀ ਸੀ ਤੁਹਾਡਾ ਆਰਟ ਸੀ, ਸਾਰਾ ਕੁਝ ਖਤਮ ਹੋ ਜੇ, ਅਸੀਂ ਇਹ ਜ਼ਿੰਮੇਵਾਰੀ ਤੋਂ ਬਾਹਰ ਹੋ ਜਾਓ। ਤੁਹਾਨੂੰ ਪਤਾ ਹੋਣਾ ਕਿ ਪਹਿਲੇ ਸਮੇਂ ਤੋਂ ਉਹਨਾਂ ਨੇ ਰੂਰਲ ਡਿਵੈਲਪਮੈਂਟ ਫੰਡ ਦੇ ਉੱਤੇ ਕਈ ਕਿਸਮ ਦੀਆਂ ਰਿਸਟ੍ਰਿਕਸ਼ਨ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਜੀ। ਔਰ ਇਹਦੇ ਨਾਲ ਕੀ ਹੁੰਦਾ ਕਿ ਪੰਜਾਬ ਦੇ ਵਿੱਚ ਇੱਕ ਵੱਡਾ ਆਮਦਨ ਦਾ ਸਾਧਨ ਜਿਹੜਾ ਉਹ ਰੂਰਲ ਡਿਵੈਲਪਮੈਂਟ ਫੰਡ ਹੈਗਾ, ਜਿਹਦੇ ਨਾਲ ਖਾਸ ਕਰਕੇ ਪੀਪਲ ਪਾਪੂਲੇਸ਼ਨ ਜਿਹੜੀ ਹੈਗੀ ਆ ਜਾਂ ਖੇਤੀਬਾੜੀ ਵਾਲੀ ਪਾਪੂਲੇਸ਼ਨ ਡਿਪੈਂਡਡ ਆ, ਉਹਦੇ ਨਾਲ ਕੋਈ ਨਾ ਕੋਈ ਜਿਹੜੇ ਉਹਨਾਂ ਦੇ ਜਿਹੜੀ ਡਿਵੈਲਪਮੈਂਟ ਦੇ ਜਾਂ ਆਪਣੀ ਗਰੋਥ ਦੇ ਜਿਹੜੇ ਕੰਮ ਕੀਤੇ ਜਾਂਦੇ ਆ। ਤਾਂ ਇਸ ਕਰਕੇ ਖਦਸ਼ੇ ਦੇ ਬੇਸਿਸ ਦੇ ਉੱਤੇ ਅਸੀਂ ਤੇ ਕੱਲ ਕਹਾਂਗੇ ਵੀ ਇਹ ਸਰਕਾਰ ਜਿਹੜੀ ਹੈਗੀ ਆ, ਫਲਾਨੀ ਸਰਕਾਰ ਹੈਗੀ ਹੈ, ਖਦਸ਼ਾ ਵਾ ਵੀ ਇਹ ਕੱਲ ਨੂੰ ਜਿਹੜਾ ਹੈਗਾ ਸਾਰੇ ਦੇਸ਼ ਨੂੰ ਜਿਹੜਾ ਹੈਗਾ ਉਹ ਡੋਬ ਸਕਦੀ ਹੈ, ਤੇ ਉਹਦੇ ਬੇਸਿਸ ਤੇ ਥੋੜਾ ਕੋਈ ਅਸੀਂ ਕਹਾਂਗੇ ਵੀ ਇਹ ਇਦਾਂ ਨਾ ਕਰੋ ਤੁਸੀਂ ਜੀ, ਜਾਂ ਲੋਕਾਂ ਨੂੰ ਕਹਾਂਗੇ ਵੋਟਾਂ ਨਾ ਪਾਓ ਤੁਸੀਂ, ਜੇ ਪਾਰਟੀ ਆ ਗਈ ਤਾਂ। ਇਸ ਕਰਕੇ ਇਦਾਂ ਨਹੀਂ ਹੁੰਦਾ। ਤੁਸੀਂ ਜਿਹੜਾ ਵੀ ਉਹਨਾਂ ਦਾ ਬਣਦਾ ਉਹ ਦੇਣਾ ਬਣਦਾ ਹੈ। ਹਾਂ, ਜੇ ਇਹ ਮੁੜ ਕੇ ਗਲਤ ਉਹਨੂੰ ਖਰਚਦੇ ਆ ਤੇ ਫਿਰ ਇਹਨਾਂ ਨੂੰ ਜ਼ਿੰਮੇਵਾਰ ਬਣਾਓ ਜੀ। ਸੋ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋਗੇ ਵੀ ਖਦਸ਼ਿਆਂ ਦੇ ਆਧਾਰ ਦੇ ਉੱਪਰ ਹੀ ਸੈਂਟਰ ਸਰਕਾਰ ਚੱਲ ਰਹੀ ਹੈ, ਪਿਛਲੇ ਖਰਚਿਆਂ ਦਾ ਹਿਸਾਬ ਕਿਤਾਬ ਮੰਗ ਰਹੇ, ਇਹੀ ਗੱਲ ਜਾਖੜ ਸਾਹਿਬ ਕਹਿੰਦੇ ਨਜ਼ਰ ਨੇ, ਤੇ ਇਹੀ
50,000 ਦੇ ਆਪਾਂ ਜੇਕਰ ਗੱਲ ਕਹੀਏ ਕਰਜ਼ਿਆਂ ਦੀ ਗੱਲ ਗਵਰਨਰ ਸਾਹਿਬ ਵੀ ਕਰਦੇ ਨਜ਼ਰ ਆ ਰਹੇ ਨੇ। ਪਿਛਲੇ ਕਰਜ਼ਿਆਂ ਨੂੰ ਲੈ ਕੇ ਹੀ ਖਾਸਿਆਂ ਦੇ ਆਧਾਰ ਦੇ ਉੱਪਰ ਆਰਡੀਐਫ ਦੀ ਗੱਲ ਹੁਣ ਮਾਫ ਕਰਨਾ ਸੁਨੀਲ ਜਾਖੜ ਜੀ ਵੱਲੋਂ ਪੱਤੇ ਖੋਲ ਦਿੱਤੇ ਗਏ ਨੇ ਕਿ ਇਹ ਆਰਡੀਐਫ ਰੁਕਿਆ ਕਿਉਂ ਆਂਗਾ। ਸੋ ਤੁਸੀਂ ਵਿਸਤਾਰ ਦੇ ਨਾਲ ਸਾਡੇ ਨਾਲ ਚਰਚਾ ਕਰਨ ਲਈ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕੀਤੀ ਗਈ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।